ਵਾਹਿਗੁਰੂ। ਜੁਗੋ ਜੁਗ ਅਟਾਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦਾ ਆਨੰਦ ਮਾਣ ਰਹੇ ਗੁਰੂ ਪਿਆਰਿਓ, ਵਡਭਾਗੀ ਹਾਂ ਜੋ ਗੁਰਮਤਿ ਕਲਾਸ ਵਿੱਚ ਜੁੜ ਬੈਠੇ ਹਾਂ। ਹਰ ਸ਼ਨੀਵਾਰ ਦੀ ਤਰ੍ਹਾਂ ਜਪਜੀ ਸਾਹਿਬ ਦੀ ਵਿਆਖਿਆ ਚੱਲ ਰਹੀ ਹੈ, ਜਿਸ ਵਿੱਚ ਸ਼ੁੱਧ ਉਚਾਰਨ, ਵਿਸ਼ਰਾਮ ਤੇ ਅਰਥਾਂ ਦੇ ਨਾਲ ਜਾਣਕਾਰੀ ਅਸੀਂ ਪ੍ਰਾਪਤ ਕਰ ਰਹੇ ਹਾਂ। 35 ਪੌੜੀਆਂ ਤੱਕ ਜਪਜੀ ਸਾਹਿਬ ਦੀ ਵਿਆਖਿਆ ਹੋ ਚੁੱਕੀ ਹੈ। ਪਿਛਲੀਆਂ ਪੌੜੀਆਂ ਵਿੱਚ ਜਪਜੀ ਸਾਹਿਬ ਦੇ ਜੋ ਅਖੀਰਲੀਆਂ ਪੌੜੀਆਂ ਦੇ ਵਿੱਚ ਖੰਡਾਂ ਦਾ ਗੁਰੂ ਮਹਾਰਾਜ ਨੇ ਜ਼ਿਕਰ ਕੀਤਾ ਹੈ, ਉਹਨਾਂ ਦੀ ਵਿਆਖਿਆ ਚੱਲ ਰਹੀ ਹੈ। ਮੈਂ ਇੱਕ ਵਾਰ ਫੇਰ ਪੁੱਛਣਾ ਚਾਹਾਂਗੀ ਕਿ ਰੋਜ਼ਾਨਾ ਅਸੀਂ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਹਾਂ। ਟੋਟਲ ਕਿੰਨੇ ਖੰਡ ਹਨ? ਜਪਜੀ ਸਾਹਿਬ ਦੀ ਬਾਣੀ ਵਿੱਚ ਕਿੰਨੇ ਖੰਡਾਂ ਦਾ ਜ਼ਿਕਰ ਕੀਤਾ ਗਿਆ ਹੈ? 5 ਖੰਡਾਂ ਦਾ। ਕਿਹੜੇ ਕਿਹੜੇ? ਪਹਿਲਾ ਖੰਡ ਕਿਹੜਾ ਹੈ? ਧਰਮ ਖੰਡ। ਫਿਰ ਗਿਆਨ ਖੰਡ। ਉਸ ਤੋਂ ਅੱਗੇ ਸ਼ਰਮ ਖੰਡ। ਚੌਥਾ ਕਰਮ ਖੰਡ। ਫਿਰ ਸੱਚਖੰਡ। ਅਸੀਂ 2 ਕਰ ਚੁੱਕੇ ਹਾਂ। ਧਰਮ ਖੰਡ, ਜਿਸ ਦੇ ਵਿੱਚ ਮਹਾਰਾਜ ਨੇ ਇੱਕ ਧਰਮੀ ਮਨੁੱਖ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਧਰਮ ਦੀਆਂ ਕੀ ਡਿਊਟੀਜ਼ ਹਨ, ਉਹਨਾਂ ਦਾ ਜ਼ਿਕਰ ਕੀਤਾ। ਉਸ ਤੋਂ ਬਾਅਦ ਅੱਗੇ ਮਹਾਰਾਜ ਨੇ ਗਿਆਨ ਖੰਡ ਦੇ ਵਿੱਚ ਸਾਨੂੰ ਗਿਆਨ ਕਰਵਾਇਆ ਕਿ ਹੋਲ ਯੂਨੀਵਰਸ, ਪੂਰੇ ਬ੍ਰਹਿਮੰਡ ਨੂੰ ਉਹ ਅਕਾਲ ਪੁਰਖ ਚਲਾ ਰਿਹਾ ਹੈ। ਇਹ ਨਾ ਸਮਝੋ ਕਿ ਇੱਕ ਹੀ ਧਰਤੀ ਹੈ, ਹੋਰ ਅਨੇਕਾਂ ਧਰਤੀਆਂ ਹਨ ਜਿਨ੍ਹਾਂ ਦੀ ਗਿਣਤੀ ਨਹੀਂ ਹੈ, ਕਾਊਂਟਲੈਸ ਹੈ ਸਾਰਾ ਕੁਝ। ਇੱਕ ਸੂਰਜ ਨਹੀਂ ਹੈ, ਉਹਦੇ ਵਿੱਚ ਮਹਾਰਾਜ ਨੇ ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਰੇਂਦ, ਸਾਰੀ ਪੌੜੀ ਵਿੱਚ ਇਸ ਤਰ੍ਹਾਂ ਵਿਆਖਿਆ ਕੀਤੀ ਹੈ, ਜਿਸ ਵਿੱਚ ਸਾਨੂੰ ਗਿਆਨ ਬਖਸ਼ਿਸ਼ ਕੀਤਾ ਹੈ ਕਿ ਨਾਨਕ ਅੰਤ ਨਾ ਅੰਤ। ਅਖੀਰ ਵਿੱਚ ਮਹਾਰਾਜ ਕਹਿੰਦੇ ਨੇ, ਹੇ ਨਾਨਕ, ਇਸ ਗਿਆਨ ਦਾ ਕੋਈ ਅੰਤ ਨਹੀਂ ਹੈ, ਕਿਉਂਕਿ ਪਰਮੇਸ਼ਰ ਬਾਰੇ ਬੋਲਿਆ ਨਹੀਂ ਜਾ ਸਕਦਾ। ਪਰਮੇਸ਼ਰ ਇੱਕ ਐਸਾ ਗਿਆਨ ਹੈ ਜਿਸ ਦੇ ਬਾਰੇ ਅਸੀਂ ਕੁਝ ਵੀ ਬੋਲ ਕੇ ਨਹੀਂ ਦੱਸ ਸਕਦੇ। ਉਸ ਮਹਾਰਾਜ, ਉਸ ਅਕਾਲ ਪੁਰਖ ਨੂੰ ਕਹਿਣਾ ਸਾਡੇ ਕਥਨ ਤੋਂ ਬਾਹਰ ਹੈ। ਕਥ ਕਥ ਕਥੀ ਕੋਟੀ ਕੋਟ ਕੋਟ। ਮਹਾਰਾਜ ਕਹਿੰਦੇ ਅਨੇਕਾਂ ਹੀ ਹਨ ਜੋ ਉਸ ਨੂੰ ਬਿਆਨ ਕਰਨ ਦਾ ਯਤਨ ਕਰਦੇ ਹਨ, ਲੇਕਿਨ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਸੋ ਗਿਆਨ ਖੰਡ ਦੇ ਵਿੱਚ ਅਸੀਂ ਇਸ ਗੱਲ ਨੂੰ ਸਮਝਿਆ। ਹੁਣ ਮਹਾਰਾਜ ਗਿਆਨ ਖੰਡ ਦੀ ਪਹਿਲੀ ਪੰਕਤੀ ਨੂੰ ਹੀ ਨਾਲ ਲੈ ਕੇ ਅੱਗੇ ਅਗਲੇ ਖੰਡ ਦੇ ਵਿੱਚ ਸਾਨੂੰ ਪਹੁੰਚਾ ਰਹੇ ਨੇ। ਗਿਆਨ ਦਾ ਅਰਥ ਕੀ ਹੈ? ਸੋਝੀ ਹੋ ਜਾਣੀ, ਚਾਨਣ ਹੋ ਜਾਣਾ ਜੀਵਨ ਦੇ ਵਿੱਚ। ਜਿਵੇਂ ਅਗਿਆਨ ਅੰਧੇਰ ਵਿਨਾਸਿਆ, ਜਦੋਂ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਂਦਾ ਹੈ, ਗਿਆਨ ਦਾ ਹਿਰਦੇ ਵਿੱਚ ਪ੍ਰਕਾਸ਼ ਹੋ ਜਾਂਦਾ ਹੈ, ਚਾਨਣ ਹੋ ਜਾਂਦਾ ਹੈ। ਜਿਵੇਂ ਹਨੇਰੇ ਦੇ ਵਿੱਚ ਦੀਵਾ ਬਾਲ ਦਈਏ, ਰੌਸ਼ਨੀ ਦੇ ਨਾਲ ਹਨੇਰਾ ਖਤਮ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਜੋ ਗਿਆਨ ਪਿੱਛੇ ਲਿਆ ਪੂਰੇ ਬ੍ਰਹਿਮੰਡ ਦਾ, ਕਿ ਉਹ ਪਰਮਾਤਮਾ ਹੀ ਹੈ ਜੋ ਸਾਰੇ ਬ੍ਰਹਿਮੰਡ ਨੂੰ ਚਲਾ ਰਿਹਾ ਹੈ। ਕੋਈ ਇੱਕ ਬ੍ਰਹਿਮੰਡ ਨਹੀਂ, ਕੋਈ ਇੱਕ ਧਰਤੀ ਨਹੀਂ, ਹਜ਼ਾਰਾਂ ਸੂਰਜ ਹਨ, ਕਰੋੜਾਂ ਹੀ ਚੰਦਰਮਾ ਹਨ। ਤੇ ਇਸ ਗਿਆਨ ਨੂੰ ਲੈ ਕੇ, ਇਸ ਚਾਨਣ ਨੂੰ ਲੈ ਕੇ ਜਦੋਂ ਪਹੁੰਚੇ ਕਿ ਪਰਮਾਤਮਾ ਬੇਅੰਤ ਹੈ, ਉਸਦਾ ਅੰਤ ਨਹੀਂ ਪਾਇਆ ਜਾ ਸਕਦਾ, ਇਹ ਸਾਨੂੰ ਕੀ ਹੋਇਆ? ਗਿਆਨ ਹੋਇਆ। ਗਿਆਨ ਖੰਡ ਦੇ ਵਿੱਚੋਂ ਗਿਆਨ ਹੋਇਆ। ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਵਿਸ਼ਰਾਮ ਤੁਸੀਂ ਦੇਖ ਰਹੇ ਹੋ, ਹਰ ਵਾਰੀ ਦੱਸੀਦਾ ਹੈ ਕਿ ਜਿੱਥੇ ਥੋੜਾ ਗੈਪ ਹੈ ਉੱਥੇ ਥੋੜਾ ਰੁਕਣਾ ਹੈ। ਗਿਆਨ ਖੰਡ ਮੈਂ, ਗਿਆਨ ਖੰਡ ਦੇ ਵਿੱਚ, ਮਹਿ ਦਾ ਅਰਥ ਹੈ ਵਿੱਚ। ਗਿਆਨ ਪ੍ਰਚੰਡ, ਪ੍ਰਚੰਡ ਦਾ ਅਰਥ ਹੈ ਬਹੁਤ ਜ਼ਿਆਦਾ ਤੇਜ਼। ਗਿਆਨ ਪ੍ਰਚੰਡ। ਹੁਣ ਗਿਆਨ ਖੰਡ ਦੇ ਵਿੱਚ ਸਾਡੇ ਅੰਦਰ ਰੌਸ਼ਨੀ ਹੋਈ। ਮਹਾਰਾਜ ਕਹਿੰਦੇ ਇਹ ਰੌਸ਼ਨੀ ਇਤਨੀ ਜ਼ਿਆਦਾ ਤੇਜ਼ ਰੌਸ਼ਨੀ ਹੈ, ਇਹ ਗਿਆਨ ਇੰਨਾ ਜ਼ਿਆਦਾ ਵੱਡਾ ਗਿਆਨ ਹੈ ਜਿਸ ਨੂੰ ਅਸੀਂ ਆਪਣੇ ਅੰਦਰ ਮਤਲਬ ਲੈਣ ਦੀ ਸਾਡੀ ਸਮਰੱਥਾ ਨਹੀਂ ਹੈ, ਕਿਉਂਕਿ ਪਰਮਾਤਮਾ ਬੇਅੰਤ ਹੈ। ਉਹ ਚਾਨਣਾ ਦਾ ਚਾਨਣ। ਨਮੋ ਸੂਰਜ ਸੂਰਜੇ, ਜਪ ਸਾਹਿਬ ਦੀ ਬਾਣੀ ਵਿੱਚ ਉਹ ਸੂਰਜਾਂ ਦਾ ਵੀ ਸੂਰਜ ਹੈ। ਤੇ ਪਾਤਸ਼ਾਹ ਨੇ ਗਿਆਨ ਪ੍ਰਚੰਡ ਦੀ ਗੱਲ ਕੀਤੀ ਹੈ। ਮਹਾਰਾਜ ਕਹਿ ਰਹੇ ਨੇ ਕਿ ਉਹ ਗਿਆਨ ਰਤੀ ਅੰਦਰ ਇੱਕ ਚਾਨਣ ਆ ਗਿਆ। ਹੁਣ ਉਸ ਜਾਗਰਤੀ ਦੇ ਨਾਲ ਅੰਦਰ ਅਵਸਥਾ ਕੀ ਚੇਂਜ ਹੋਈ? ਅਸੀਂ ਗੱਲ ਕਰ ਰਹੇ ਤਾਂ ਪੌੜੀਆਂ ਚੱਲੀਆਂ ਸੀ। 1 2 ਜੀਬੋ ਲੱਖ ਹੋਏ, ਲੱਖ ਹੋਵੇ ਲੱਖ 20, ਲੱਖ ਲੱਖ ਗੇੜਾ ਆਖੀਆਂ ਇਤਨਾ ਇਤਰਾ ਚੜੀਏ ਹੋਏ। ਇਹ ਪੌੜੀਆਂ ਦੀ ਗੱਲ ਅਸੀਂ ਕਰ ਰਹੇ ਹਾਂ, ਪੌੜੀਆਂ ਚੜ ਰਹੇ ਹਾਂ ਸਟੈਪ ਬਾਈ ਸਟੈਪ। ਤੇ ਪੌੜੀਆਂ ਪਿਛਲੀ ਵਾਰ ਵੀ ਗੱਲ ਕੀਤੀ ਸੀ, ਪੌੜੀਆਂ ਦਾ ਮਤਲਬ ਹੈ ਇੱਕ ਕਦਮ
ਉੱਚਾ ਉੱਠਣਾ ਹੈ ਅਸੀਂ। ਤੇ ਅਸੀਂ ਇਹ ਹੁਣ ਜਪਜੀ ਸਾਹਿਬ ਦੀ ਵਿਆਖਿਆ ਜਦੋਂ ਤੋਂ ਸਰਵਣ ਕਰਨ ਲੱਗਿਆ ਸੀ, ਇਹ ਆਪਣੇ ਜੀਵਨ ਵਿੱਚ ਇਹ ਝਾਤੀ ਮਾਰਨੀ ਹੈ ਕਿ ਮੈਂ ਆਪਣੇ ਜੀਵਨ ਵਿੱਚ ਇੱਕ ਸਟੈਪ ਉੱਚਾ ਉੱਠਿਆ ਜਾਂ ਨਹੀਂ ਉੱਠਿਆ। ਹੁਣ ਗਿਆਨ ਜਦੋਂ ਪ੍ਰਾਪਤ ਕਰ ਲਿਆ ਤੇ ਮਹਾਰਾਜ ਕਹਿੰਦੇ ਅਵਸਥਾ ਚੇਂਜ ਹੋਈ ਜਾਂ ਨਹੀਂ ਹੋਈ ਤੇ ਹੋਣੀ ਕਿਵੇਂ ਦੀ ਚਾਹੀਦੀ ਸੀ, ਉਸ ਗੱਲ ਦਾ ਜ਼ਿਕਰ ਕਰ ਰਹੇ ਨੇ ਕਿ ਜਿਸ ਦੇ ਅੰਦਰ ਗਿਆਨ ਆ ਗਿਆ, ਚਾਨਣ ਆ ਗਿਆ, ਪ੍ਰਕਾਸ਼ ਹੋ ਗਿਆ, ਉਸ ਦੀ ਅਵਸਥਾ ਕਿਸ ਤਰ੍ਹਾਂ ਦੀ ਹੋ ਜਾਂਦੀ ਹੈ? ਤਿਥੈ ਨਾਦ ਵਿਨੋਦ ਕੋਡ ਆਨੰਦ। ਤਿੱਥੇ ਤੇ ਵਿਸ਼ਰਾਮ ਦੇਣਾ, ਇਹ ਨਹੀਂ ਪੜਨਾ ਤਿੱਥੇ ਨਾਦ ਵਿਨੋਦ ਕੋਡ ਆਨੰਦ। ਤਿੱਥੇ ਉੱਥੇ, ਕਿੱਥੇ? ਤਿੱਥੇ ਉੱਥੇ ਕਿੱਥੇ? ਜਿੱਥੇ ਗਿਆਨ ਆ ਗਿਆ, ਜਿੱਥੇ ਪ੍ਰਕਾਸ਼ ਹੋ ਗਿਆ, ਜਿੱਥੇ ਚਾਨਣ ਹੋ ਗਿਆ, ਉੱਥੇ ਇਹ ਚੀਜ਼ਾਂ ਆ ਗਈਆਂ। ਕਿਹੜੀ ਕਿਹੜੀ ਚੀਜ਼? ਨਾਦ। ਨਾਦ ਦਾ ਕੀ ਅਰਥ ਹੈ? ਨਾਦ ਜਬ ਆਵਾਜ਼, ਸ਼ਬਦ, ਜਿਵੇਂ ਇੱਕ ਓੰਕਾਰ, ਓੰਕਾਰ, ਓਮ। ਸਵੇਰੇ ਜਾਂ ਸ਼ਾਮ ਨੂੰ ਤੁਸੀਂ ਕਦੀ ਧਿਆਨ ਦਿੱਤਾ ਹੋਏ, ਜਿਹੜੇ ਇਸ ਏਰੀਏ ਵਿੱਚ ਰਹਿੰਦੇ ਨੇ, ਜਦੋਂ ਮੰਦਿਰ ਵਿੱਚ ਸ਼ੰਖ ਵਜਾਉਂਦੇ ਨੇ ਤੇ ਉਸ ਤੋਂ ਬਾਅਦ ਇੱਕ ਬੜੀ ਪਿਆਰੀ ਔਰ ਕਮਾਲ ਦੀ ਧੁਨੀ ਲਾਪਦੇ ਨੇ ਉਹ ਓਮ, ਔਰ ਬੜੇ ਗਹਿਰੇ ਤਲ ਤੇ। ਜਦੋਂ ਉਸ ਨੂੰ ਸੁਣਦੇ ਆ ਲੱਗਦਾ ਕਿ ਮਹਾਰਾਜ ਨੇ ਜਦੋਂ ਇੱਕ ਓੰਕਾਰ ਉਚਾਰਨ ਕੀਤਾ ਹੋਏਗਾ ਤਾਂ ਕਿਸ ਤਰ੍ਹਾਂ ਦੀ ਆਵਾਜ਼ ਆਈ ਹੋਏਗੀ। ਫਿਰ ਉਸ ਆਵਾਜ਼ ਵੱਲ ਧਿਆਨ ਜਾਂਦਾ ਹੈ। ਨਾਦ, ਔਰ ਨਾਦ ਕਿਸ ਤਰ੍ਹਾਂ ਦਾ ਨਾਦ? ਮਿਊਜ਼ਿਕ ਤੇ ਅਸੀਂ ਰੋਜ਼ ਹੀ ਸੁਣਦੇ ਆ, ਸਾਰੇ ਕਿੰਨੇ ਤਰ੍ਹਾਂ ਦਾ ਮਿਊਜ਼ਿਕ ਹੈ ਸੰਸਾਰ ਦੇ ਵਿੱਚ। ਕਲਾਸੀਕਲ ਮਿਊਜ਼ਿਕ ਹੈ, ਵੈਸਟਰਨ ਮਿਊਜ਼ਿਕ ਹੈ, ਔਰ ਇਹਨਾਂ ਮਿਊਜ਼ਿਕ, ਇਸ ਮਿਊਜ਼ਿਕ ਦੇ ਨਾਲ ਸਾਡੀ ਅੰਦਰ ਦੀ ਅਵਸਥਾ ਕਿਵੇਂ ਦੀ ਬਣਦੀ ਹੈ, ਔਰ ਗੁਰਬਾਣੀ ਦੇ ਵਿੱਚ ਕਿਸ ਸ਼ਬਦ ਦੀ, ਕਿਸ ਨਾਦ ਦੀ ਗੱਲ ਕੀਤੀ ਗਈ ਹੈ? ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ। ਮਹਾਰਾਜ ਕਹਿੰਦੇ ਇੱਥੇ ਪੰਜ ਸ਼ਬਦ ਵੱਜ ਰਹੇ ਨੇ, ਔਰ ਉਹਨਾਂ ਸ਼ਬਦਾਂ ਨੂੰ, ਉਸ ਮਿਊਜ਼ਿਕ ਨੂੰ ਵਜਾਣਾ ਨਹੀਂ ਪੈਂਦਾ। ਹਾਰਮੋਨੀਅਮ ਨੂੰ, ਤਬਲੇ ਨੂੰ, ਜਿੰਨੇ ਵੀ ਅਸੀਂ ਮਿਊਜ਼ੀਕਲ ਇੰਸਟਰੂਮੈਂਟ ਦੇਖਦੇ ਹਾਂ, ਸਾਨੂੰ ਵਜਾਉਣਾ ਪੈਂਦਾ, ਹੱਥ ਚਲਾਣੇ ਪੈਂਦੇ ਨੇ, ਜਾਂ ਫੂਕ ਮਾਰ ਕੇ ਜੋ ਵਜਾਏ ਜਾਂਦੇ ਨੇ, ਉਹ ਸਾਨੂੰ ਐਫਰਟ ਕਰਨਾ ਪਏਗਾ। ਲੇਕਿਨ ਇਹ ਜੋ ਨਾਦ ਹੈ, ਜਿਸ ਨੂੰ ਗਿਆਨ ਹੋ ਗਿਆ, ਉਸ ਦੇ ਅੰਦਰ ਇਹ ਨਾਦ, ਪੰਜ ਸ਼ਬਦ, ਉਹ ਆਪਣੇ ਆਪ ਵੱਜ ਰਹੇ ਨੇ, ਹਰ ਸਮੇਂ ਵੱਜ ਰਹੇ ਨੇ। ਸੰਦੀਪ ਮਹੇਸ਼ਵਰੀ ਮੋਟੀਵੇਸ਼ਨਲ ਸਪੀਕਰ, YouTube ਤੇ ਸ਼ਾਇਦ ਸੁਣਿਆ ਹੋਏ ਸਾਰਿਆਂ ਨੇ, ਬਹੁਤ ਹੀ ਕਮਾਲ ਦਾ ਬੋਲਦੇ ਨੇ। ਤੇ ਉਹਨਾਂ ਨੇ ਇਸ ਸਾਊਂਡ ਦੀ ਗੱਲ ਕੀਤੀ ਸੀ ਕਿ ਜਦੋਂ ਤੁਸੀਂ ਬਿਲਕੁਲ ਸ਼ਾਂਤ ਮਾਹੌਲ 'ਚ ਬੈਠੇ ਹੋ, ਰਾਤ ਨੂੰ ਕਈ ਵਾਰ ਅਸੀਂ ਬਿਲਕੁਲ ਡੀਪ ਸਾਊਂਡ ਜਿਹਨੂੰ ਕਹਿੰਦੇ ਉੱਥੇ ਚਲੇ ਜਾਈਏ, ਐਸੀ ਜਗ੍ਹਾ ਤੇ, ਜਾਂ ਜਿੱਥੇ ਬਹੁਤ ਪੇੜ ਪੌਦੇ ਹੋਣ, ਜਿਵੇਂ ਪਾਰਕ 'ਚ ਤੁਸੀਂ ਰਾਤ ਨੂੰ ਜਾ ਕੇ ਬੈਠਣਾ, ਇੱਕ ਤੁਹਾਨੂੰ ਆਵਾਜ਼ ਸੁਣਾਈ ਦੇਗੀ। ਉਹ ਆਵਾਜ਼ ਹੈ ਸ਼ੂਨਿਆ ਦੀ, ਜ਼ੀਰੋ ਜਿਸ ਨੂੰ ਕਹਿੰਦੇ ਆ। ਜਦੋਂ ਜਿਸ ਅਵਸਥਾ ਵਿੱਚ ਕੁਝ ਵੀ ਨਹੀਂ ਹੈ, ਅਫੁਰ ਅਵਸਥਾ, ਜਿੱਥੇ ਕੋਈ ਫੁਰਨਾ ਨਹੀਂ ਹੈ, ਇਸ ਤਰ੍ਹਾਂ ਦੀ ਆਵਾਜ਼। ਤੇ ਉਸ ਆਵਾਜ਼, ਉਹ ਆਵਾਜ਼ ਹਰ ਸਮੇਂ ਹੈ। ਨਾਦ, ਜਿਸ ਦੀ ਨਾਦ ਦੀ ਅਸੀਂ ਗੱਲ ਕਰ ਰਹੇ ਹਾਂ, ਉਹ ਨਾਦ ਹਰ ਸਮੇਂ ਹੈ। ਲੇਕਿਨ ਇਸ ਟਾਈਮ ਤੇ ਬਾਹਰ ਵੀ ਬਹੁਤ ਰੌਲਾ ਹੈ, ਸਾਡੇ ਅੰਦਰ ਵੀ ਬਹੁਤ ਰੌਲਾ ਹੈ। ਸਾਡਾ ਮਨ ਇੱਕ ਸੈਕਿੰਡ ਲਈ ਚੁੱਪ ਨਹੀਂ ਕਰਦਾ। ਇੱਥੇ ਬੈਠੇ ਆ, ਕਈਆਂ ਦੇ ਮਨ ਚ ਆਉਂਦਾ ਹੈ ਵੀ ਕੁਇਜ਼ ਬਾਰੇ ਆਏ ਸੀ ਤੇ ਹਲੇ ਤੱਕ ਕੁਇਜ਼ ਸ਼ੁਰੂ ਨਹੀਂ ਹੋਇਆ, 8 ਵਜੇ ਦਾ ਟਾਈਮ ਲਿਖਿਆ ਸੀ, ਇੰਨਾ ਟਾਈਮ ਹੋ ਗਿਆ। ਤੇ ਕਿੰਨੀ ਮਤਲਬ ਆਪਣੇ ਆਪ ਸਾਨੂੰ, ਅਸੀਂ ਕੋਸ਼ਿਸ਼ ਨਹੀਂ ਕਰਦੇ ਕਿ ਬੋਲਣਾ ਕੁਛ, ਉਹ ਆਪਣੇ ਆਪ ਚੱਲੀ ਜਾ ਰਿਹਾ। ਉਹ ਨਾਦ ਨੂੰ ਸੁਣਨ ਦੀ ਸਾਡੇ ਅੰਦਰ ਸਮਰੱਥਾ ਹੀ ਨਹੀਂ ਹੈ। ਜੋ ਨਾਦ ਹਰ ਸਮੇਂ ਸੁਣਾਈ ਦੇ ਰਿਹਾ ਹੈ, ਉਸ ਤੋਂ ਅਸੀਂ ਵਾਂਝੇ ਰਹਿ ਜਾਂਦੇ ਹਾਂ। ਲੇਕਿਨ ਮਹਾਰਾਜ ਕਹਿੰਦੇ ਜਿੱਥੇ ਗਿਆਨ ਪ੍ਰਚੰਡ ਹੋ ਜਾਂਦਾ ਹੈ, ਗਿਆਨ ਦੀ ਅਗਨੀ ਤੇਜ ਬਲਣ ਲੱਗ ਜਾਂਦੀ ਹੈ, ਉਹ ਗਿਆਨ ਦੀ ਅਗਨੀ ਸਾਡੇ ਅਗਿਆਨਤਾ ਦੇ ਹਨੇਰੇ ਨੂੰ ਖਾ ਜਾਂਦੀ ਹੈ, ਨਾਸ਼ ਕਰ ਦਿੰਦੀ ਹੈ, ਸਾੜ ਦਿੰਦੀ ਹੈ, ਵਿਚਾਰਾਂ ਨੂੰ, ਫੁਰਨਿਆਂ ਨੂੰ ਬੰਦ ਕਰ ਦਿੰਦੀ ਹੈ, ਖਤਮ ਕਰ ਦਿੰਦੀ ਹੈ। ਫਿਰ ਉੱਥੇ ਇਹ ਨਾਦ ਸੁਣਾਈ ਦਿੰਦਾ ਹੈ, ਇਹ ਅਵਸਥਾ ਪ੍ਰਗਟ ਹੋ ਜਾਂਦੀ ਹੈ। ਫਿਰ ਹੈ ਵਿਨੋਦ। ਵਿਨੋਦ ਦਾ ਅਰਥ ਵੀ ਖੁਸ਼ੀ ਹੈ, ਲੇਕਿਨ ਐਸੀ ਖੁਸ਼ੀ ਨਹੀਂ ਕਿ ਕਿਸੇ ਦਾ ਮਜ਼ਾਕ ਬਣਾਇਆ ਜਾਏ। ਜਿਵੇਂ ਅਸੀਂ ਤਾਂ ਦੇਖਦੇ ਹਾਂ, ਕੋਈ ਡਿੱਗ ਜਾਏ, ਕਿਸੇ ਦਾ ਪੈਰ ਸਲਿਪ ਕਰ ਜਾਏ, ਹੈਲਪ ਕਰਨ ਦੀ ਬਜਾਏ ਅਸੀਂ ਉਸ ਤੇ ਹੱਸਣਾ ਸ਼ੁਰੂ ਕਰ ਦਿੰਦੇ ਹਾਂ ਵੀ ਕਿਵੇਂ ਡਿੱਗ ਗਿਆ ਇਹ। ਔਰ ਇੰਨਾ ਹੀ ਨਹੀਂ,
ਤੇ ਜਦੋਂ ਕੋਈ ਵੱਡਾ ਡਿੱਗ ਜਾਏ ਸਾਨੂੰ ਹੋਰ ਜ਼ਿਆਦਾ ਹਾਸਾ ਆਉਂਦਾ ਹੈ। ਮਤਲਬ ਸਾਡਾ ਜੋ ਜੁੜੀ ਉਹ ਬੜੇ ਗਲਤ ਤਰੀਕੇ ਦੇ ਨਾਲ ਜੁੜੀ ਹੋਈ ਹੈ, ਬੜੇ ਗਲਤ ਸੋਚ ਦੇ ਨਾਲ ਜੁੜੀ ਹੋਈ ਹੈ। ਔਰ ਹਾਸਾ ਜ਼ਿਆਦਾਤਰ ਮਤਲਬ ਗੰਦੀਆਂ ਗੱਲਾਂ ਤੇ ਜ਼ਿਆਦਾ ਹਾਸਾ ਆਉਂਦਾ ਹੈ। ਤੁਸੀਂ ਦੇਖੋ ਟੀਵੀ ਤੇ ਦੇਖ ਰਹੇ ਹਾਂ ਅਸੀਂ, ਕਿੰਨੇ ਲਾਫਟਰ ਚੈਨਲ ਦੇਖਦੇ ਹਾਂ, ਪ੍ਰੋਗਰਾਮ ਚੱਲਦੇ ਨੇ, ਜਿੰਨੀ ਹਾਸਾ ਮਜ਼ਾਕ ਹੋ ਰਿਹਾ ਹੈ ਉਹ ਸਾਰਾ ਗੰਦੀਆਂ ਗੱਲਾਂ ਨੂੰ ਲੈ ਕੇ ਹੋ ਰਿਹਾ। ਜ਼ਿਆਦਾਤਰ ਸੈਕਸ਼ੂਅਲ ਗੱਲਾਂ ਹੋਣਗੀਆਂ ਔਰ ਉਹਨਾਂ ਤੇ ਹਾਸਾ ਹੋ ਰਿਹਾ। ਮਹਾਰਾਜ ਕਹਿੰਦੇ ਇੱਥੇ ਐਸੀ ਖੁਸ਼ੀ ਨਹੀਂ ਹੈ। ਇਹ ਜੋ ਖੁਸ਼ੀ ਹੈ ਇੱਥੇ ਮਹਾਰਾਜ ਡਿੱਗਦਿਆਂ ਨੂੰ ਦੇਖ ਕੇ ਹੱਸਦੇ ਨੇ, ਲੇਕਿਨ ਕਦੋਂ? ਜਦੋਂ ਉਹਨਾਂ ਦੇ ਅੰਦਰੋਂ ਹਉਮੈ ਡਿੱਗ ਜਾਂਦੀ ਹੈ, ਜਦੋਂ ਉਹਨਾਂ ਦੇ ਅੰਦਰੋਂ ਕਾਮ ਡਿੱਗ ਜਾਂਦਾ ਹੈ, ਜਦੋਂ ਉਹਨਾਂ ਦੇ ਅੰਦਰੋਂ ਕ੍ਰੋਧ ਡਿੱਗ ਜਾਂਦਾ ਹੈ। ਮਹਾਰਾਜ ਕਹਿੰਦੇ ਇੱਥੇ ਉਸ ਖੁਸ਼ੀ ਦੀ ਗੱਲ ਕੀਤੀ ਗਈ ਹੈ, ਨਾਨਕ ਵਿਗਸੈ ਵੇ ਭਰਵਾ ਸਤ ਸੁਹਾਣ ਸਦਾ ਮਨ ਚਾਓ। ਜਪਜੀ ਸਾਹਿਬ ਦੀ ਬਾਣੀ ਵਿੱਚ ਹੀ ਹੈ ਕਿ ਉਹ ਮਹਾਰਾਜ ਹਮੇਸ਼ਾ ਅਕਾਲ ਪੁਰਖ ਖੇੜੇ ਵਿੱਚ ਹੈ, ਚਾਓ ਵਿੱਚ ਹੈ, ਲੇਕਿਨ ਉਸ ਦਾ ਹਾਸਾ, ਉਸ ਦੀ ਖੁਸ਼ੀ ਬੜੇ ਉੱਚੇ ਲੈਵਲ ਦੀ ਹੈ। ਹੁਣ ਅਸੀਂ ਇਹ ਆਪਣੇ ਆਪ ਨੂੰ ਟੈਲੀ ਮਤਲਬ ਇਹਨਾਂ ਚੀਜ਼ਾਂ ਨਾਲ ਕਰਦੇ ਜਾਣਾ ਕਿ ਅਸੀਂ ਕਿੱਥੇ ਆਪਣੇ ਆਪ ਨੂੰ ਇੱਕ ਸਟੈਪ ਪੌੜੀ ਦਾ ਹੋਰ ਚੜ੍ਹਨਾ ਹੈ। ਅਸੀਂ ਆਪਣੀਆਂ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਤੋਂ ਕਿਵੇਂ ਉੱਠਣਾ ਹੈ। ਅੱਗੇ ਹੈ ਕੋਡ, ਕੋਡ ਦਾ ਅਰਥ ਹੈ ਕੌਤਕ। ਸਾਨੂੰ ਫਿਰ ਉਸ ਦੇ ਕੌਤਕ ਨਜ਼ਰ ਆਉਂਦੇ ਨੇ ਕਿ ਜੋ ਇਹ ਡਿੱਗਿਆ ਹੈ ਉਸ ਦੇ ਵਿੱਚੋਂ ਵੀ ਫਿਰ ਸਾਨੂੰ ਪਰਮਾਤਮਾ ਨਜ਼ਰ ਆਏਗਾ ਕਿ ਇਹ ਇੰਨਾ ਹੰਕਾਰ ਵਿੱਚ ਚੱਲ ਰਿਹਾ ਸੀ, ਇੰਨਾ ਸਜਿਆ ਧਜਿਆ ਹੋਇਆ ਸੀ, ਇਸ ਨੂੰ ਬੜਾ ਆਪਣੇ ਆਪ ਤੇ ਹੰਕਾਰ ਸੀ ਤੇ ਇਹ ਡਿੱਗ ਗਿਆ। ਇੱਕ ਜਰਾ ਜੇ ਚਿੱਕੜ ਨੇ ਇਸ ਨੂੰ ਗਿਰਾ ਦਿੱਤਾ, ਇਸ ਦਾ ਮਤਲਬ ਚਿੱਕੜ ਬਲਵਾਨ ਹੋ ਗਿਆ। ਉਸ ਤੋਂ ਫਿਰ ਸਾਡਾ ਜਿਹੜਾ ਦੇਖਣ ਦਾ ਨਜ਼ਰੀਆ ਉਹ ਚੇਂਜ ਹੋ ਜਾਏਗਾ। ਕੌਤਕ, ਫਿਰ ਉਸਦੇ ਕੌਤਕ ਨਜ਼ਰ ਆਣਗੇ, ਨਿੱਕੀਆਂ ਨਿੱਕੀਆਂ ਗੱਲਾਂ ਵਿੱਚੋਂ ਉਸਦੇ ਤਮਾਸ਼ੇ ਨਜ਼ਰ ਆਣਗੇ। ਆਨੰਦ, ਆਨੰਦ ਦਾ ਕੋਈ ਦੁਨੀਆ ਦੇ ਵਿੱਚ ਵਿਰੋਧੀ ਸ਼ਬਦ ਨਹੀਂ ਬਣਿਆ। ਮਹਾਰਾਜ ਕਹਿੰਦੇ ਆਨੰਦ ਐਸੀ ਅਵਸਥਾ ਹੈ ਜੋ ਕਦੀ ਇੱਕ ਵਾਰ ਆ ਜਾਏ ਫਿਰ ਨਾਸ਼ ਨਹੀਂ ਹੁੰਦੀ। ਅਸੀਂ ਤੇ ਜਰਾ ਜੀ ਰੋਟੀ ਵਧੀਆ ਖਾ ਲਈਏ, ਚਾਹ ਵਧੀਆ ਪੀ ਲਈਏ, ਕਹਿ ਦਿੰਦੇ ਆ ਆਨੰਦ ਆ ਗਿਆ। ਕਿਧਰੇ ਪ੍ਰੋਗਰਾਮ ਵਧੀਆ ਸੁਣ ਲਈਏ, ਕੋਈ ਚੀਜ਼ ਵਧੀਆ ਕਰ ਲਈਏ, ਆਨੰਦ ਆ ਗਿਆ। ਇਹ ਆਨੰਦ ਕੋਈ ਛੋਟਾ ਸ਼ਬਦ ਨਹੀਂ ਹੈ। ਸਾਡੀ ਬੜੀ ਛੋਟੀ ਸੋਚ ਹੈ ਕਿ ਅਸੀਂ ਇਹਨਾਂ ਚੀਜ਼ਾਂ ਲਈ ਆਨੰਦ ਸ਼ਬਦ ਯੂਜ਼ ਕਰ ਲੈਂਦੇ ਹਾਂ। ਆਨੰਦ ਇੱਕ ਐਸਾ ਸ਼ਬਦ ਹੈ ਜੋ ਜੀਵਨ ਵਿੱਚ ਆ ਜਾਏ ਕਦੀ ਨਾਸ਼ ਨਹੀਂ ਹੁੰਦਾ। ਭਗਤਾਂ ਨੂੰ ਸਮੇਂ ਦੇ ਰਾਜਿਆਂ ਨੇ ਤਸੀਹੇ ਦਿੱਤੇ। ਭਗਤ ਫਰੀਦ ਜੀ, ਭਗਤ ਕਬੀਰ ਜੀ, ਉਹਨਾਂ ਨੂੰ ਧਰੂ ਪ੍ਰਹਿਲਾਦ ਨੂੰ ਦੇਖ ਲਓ ਤੁਸੀਂ, ਲੇਕਿਨ ਫਿਰ ਵੀ ਅੰਦਰੋਂ ਖੁਸ਼ ਨੇ, ਅੰਦਰੋਂ ਆਨੰਦ ਵਿੱਚ ਨੇ। ਕਿਉਂ? ਪ੍ਰਮਾਤਮਾ ਦੇ ਨਾਲ ਜੁੜੇ ਹੋਏ ਨੇ। ਆਨੰਦ ਉੱਥੇ ਪਤਾ ਲੱਗਦਾ ਵੀ ਉਹ ਆਨੰਦ ਹੋਰ ਆਨੰਦ ਹੈ। ਉਹ ਆਨੰਦ ਸਾਡੇ ਲਾਗੇ ਛਾਗੇ ਵੀ ਨਹੀਂ ਹੈ ਹਲੇ। ਤੇ ਇਹ ਅਵਸਥਾ ਤਾਂ ਆਉਂਦੀ ਹੈ ਜਦੋਂ ਗਿਆਨ ਅਗਿਆਨਤਾ ਨੂੰ ਖਾ ਜਾਂਦਾ ਹੈ, ਨਾਸ਼ ਕਰ ਦਿੰਦਾ। ਗਿਆਨ ਦੀ ਰੋਸ਼ਨੀ ਪ੍ਰਚੰਡ ਹੋ ਜਾਂਦੀ ਹੈ। ਫਿਰ ਅੱਗੇ ਮਹਾਰਾਜ ਫਰਮਾਨ ਕਰਦੇ ਹਨ, ਸ਼ਰਮਖੰਡ ਦੀ ਅਵਸਥਾ ਹੁਣ ਸ਼ੁਰੂ ਹੋ ਗਈ ਹੈ। ਇਹ ਸ਼ਰਮਖੰਡ ਦੀ ਪੌੜੀ ਹੈ। ਜਦੋਂ ਗਿਆਨ ਹੋ ਜਾਂਦਾ ਹੈ, ਅਸੀਂ ਕਲਾਸ ਬਾਈ ਕਲਾਸ ਅੱਗੇ ਵੱਧਦੇ ਜਾਂਦੇ ਹਾਂ। ਜਦੋਂ 11th 12th ਵਿੱਚ ਬੱਚੇ ਪਹੁੰਚਦੇ ਨੇ, ਫਿਰ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਸ਼ੁਰੂ ਕਰ ਦਿੰਦੇ ਨੇ। ਹੋਰ ਜ਼ਿਆਦਾ ਉਦਮ, ਹੋਰ ਜ਼ਿਆਦਾ ਮਿਹਨਤ, ਕਿਉਂਕਿ ਹੁਣ ਕੋਈ ਆਪਣਾ ਏਮ ਅਚੀਵ ਕਰਨਾ ਹੈ ਔਰ ਏਮ ਨੂੰ ਅਚੀਵ ਕਰਨ ਲਈ ਸੁੱਖ ਸੁਵਿਧਾਵਾਂ ਨੂੰ ਛੱਡਣਾ ਪੈਂਦਾ। ਜਿੰਨੀ ਦੇਰ ਛੱਡਾਂਗੇ ਨਹੀਂ ਉਤਨੀ ਦੇਰ ਤੱਕ ਪ੍ਰਾਪਤ ਨਹੀਂ ਹੋਏਗਾ। ਕੁਝ ਐਫਰਟ, ਕੁਝ ਮਿਹਨਤ ਮੁਸ਼ੱਕਤ ਕਰਨੀ ਪਏਗੀ। ਤੇ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਸੰਗਤ ਵਿੱਚ ਆਉਣਾ ਹੈ ਤਾਂ ਵੀ ਸਾਨੂੰ ਬੜੇ ਕੰਮਾਂ ਨੂੰ ਛੱਡ ਕੇ ਆਉਣਾ ਪੈਂਦਾ। ਨਹੀਂ ਤੇ ਜੇ ਦੇਖ ਆਪਣੇ ਆਲੇ ਦੁਆਲੇ ਕਮਰੇ 'ਚ ਝਾਤੀ ਮਾਰੀਏ ਜਾਂ ਕਿਚਨ ਵੱਲ ਦੇਖੀਏ, ਕੋਈ ਕੰਮ ਲੱਗਦਾ ਹੀ ਨਹੀਂ ਵੀ ਅਜੇ ਕੀਤਾ ਗਿਆ, ਫਿਰ ਵੀ ਲੱਗਦਾ ਇਹ ਕਰਨ ਵਾਲਾ, ਉਹ ਕਰਨ ਵਾਲਾ, ਇਹ ਕਰਨ ਵਾਲਾ, ਤੇ ਕਿੰਨੇ ਕੰਮ ਛੱਡ ਕੇ ਫਿਰ ਇੱਥੇ ਆਈਦਾ। ਇਹ ਵੀ ਇੱਕ ਮਿਹਨਤ ਹੈ। ਔਰ ਅੰਮ੍ਰਿਤ ਵੇਲੇ ਉੱਠਣਾ ਸਭ ਤੋਂ ਵੱਡੀ ਮਿਹਨਤ। ਕਿੰਨੀ ਸਾਨੂੰ ਮੁਸ਼ੱਕਤ ਕਰਨੀ ਪੈਂਦੀ, ਆਪਣੇ ਆਪ ਨਾਲ ਜੂਝਣਾ ਪੈਂਦਾ ਹੈ। ਔਰ ਸਾਡੇ ਟੀਚਰ ਸਾਹਿਬਾਨ, ਸਾਡੇ ਪ੍ਰਿੰਸੀਪਲ ਸਾਹਿਬ ਜਦੋਂ ਸਾਨੂੰ ਕਥਾ ਕਰਨੀ ਸਿਖਾਉਂਦੇ ਹੁੰਦੇ ਸਨ, ਪੀਰੀਅਡ ਲੱਗਦਾ ਸੀ, ਤਾਂ ਉਹ ਕਹਿੰਦੇ ਹੁੰਦੇ ਸਨ ਕਿ ਜਦੋਂ ਅੰਮ੍ਰਿਤ ਵੇਲੇ ਮਾਨੋ 3:30 3 4 ਵਜੇ ਤੁਹਾਡੀ ਅੱਖ ਖੁੱਲ ਜਾਏ ਤਾਂ ਇੱਕਦਮ ਸੋਚ ਲਓ ਕਿ ਤੁਹਾਡੇ ਬੈੱਡ ਤੇ ਅੱਗ ਲੱਗ ਗਈ ਹੈ, ਇੱਕਦਮ ਦੌੜ ਜਾਓ। ਇਹ ਕੁਝ ਤਰੀਕੇ ਨੇ ਜੋ ਜਿਨ੍ਹਾਂ ਨੇ ਤਜਰਬੇ ਕੀਤੇ ਨੇ ਔਰ ਉਹਨਾਂ ਨੇ ਅਪਣਾਏ, ਔਰ ਫਿਰ ਜੀਵਨ ਵਿੱਚ ਸਹਿਜੇ ਅੰਮ੍ਰਿਤ ਵੇਲਾ ਆ ਜਾਂਦਾ। ਪਹਿਲਾਂ
मेहनत करनी पएगी। तो महाराज कहते ये खंड भी ऐसा है मेहनत वाला, शर्म खंड। शर्म खंड की बनतर, बाणी का अर्थ है बनतर, बनावट। श्रम शब्द सारे असी जानते हैं, हिंदी या संस्कृत विच मैनूं इन्ना ज्ञान नहीं है। मेहनत इसका अर्थ है। और जदों दूसरी फारसी या अरबी भाषा के अर्थां विच लईए तो इसका अर्थ हुंदा है हया, शर्म, लज्जा जिन्हों असी कहने हैं। इत्थे महाराज उद्यम की गल कर रहे हैं कि उद्यम करने वाले इस खंड की बनावट ऐसी है जिस विच रूप निखरे आउंदा है, बड़ा सुंदर रूप बन जाता है। जिन्हां ने मेहनत की, जिन्हां ने अमृत वेले नूं संभालिया, जिन्हें जो संगत विच आए, जिन्हां ने बाणी नूं पढ़िया, पढ़िया ही नहीं विचारिया, विचारिया ही नहीं इंप्लीमेंट भी किया, जिन्हां ने ये उद्यम किया, उन्हां दा रूप दिनों दिन निखरदा गया। तुसीं देखिया होएगा नाम अभ्यासी जो संगत विच आउंदे ने रोजाना, उन्हां दे चेहरे ते अलग रौनक नजर आएगी तुहानूं। और आम दुनिया दे नाल तुसीं टाइम मिला के देख लेना, दूसरे पासे तुहानूं बुझे हुए चेहरे नजर आउणगे। ये कोई वडियाई वाली गल नहीं है। मैं अपने मदर नूं देखिया, उन्होंने इन्ना सिमरन किया अपनी लाइफ दे विच, 1:30 बजे उठ के उन्हें सिमरन अभ्यास करते रहे। तो अज भी उन्हों चेहरा तुसी देखो, कभी आओ मिलो आंदे हुंदे ने वो, ते अज भी उन्हों चेहरा दग दग करदा, लालो लाल। ते बच्चे कई बार कह देंदे ने बीजी तुहाडे वाल ही चिट्टे हुए ने, वैसे तुसी बुढ़े नहीं होए हाले। साडे नालों तेज उन्हां दी चाल है। मतलब वो एक पावर अंदर काम कर रही है, बाणी दी, सेवा दी, सिमरन दी। ते ओ कित्थों आई? शर्म खंड की बाणी रूप। ये शर्म खंड की बनावट है जिस विच एक रूप साडा निखर के आउंदा है। ते ओ रूप किस तरह का? तिथे घाड़त घड़ी है बहुत अनूप, बहुत अनूप, बहुत बहुत। और अनूप दा अर्थ बेमिसाल, बेमिसाल, जिसकी कोई दुनिया ते मिसाल नहीं है। तिथे घाड़त घड़ी है। इस शर्म खंड दे विच ओ घाड़त घड़ी जाती है, साडा रूप सवर के सामने आउंदा है। ते महाराज कहंदे ऐसी बनावट बनती है, ऐसी घाड़त घड़ी जाती है जिसकी कोई मिसाल नहीं मिलती। अगे कर दे बेटा। फिर ये अवस्था ऐसी ताकियां गल्लां कथियां ना जाहे। जिन्हां ने ऐसी अवस्था नूं माणिया, जिन्हां दी बन गई है, मारे कहते मन्ने की गत, वो गल टैली हो रही है इत्थे। जिन्हां ने मन लिया, जीवन विच अपना लिया, उन्हां दी अवस्था नूं बयान किया ही नहीं जा सकता। असीं तां बड़े साडे मतलब कि खड़े आ इत्थे, लेकिन कोई साडी पाया नहीं कि असीं कुछ भी बोल सकीए। जीवन जीरो है बिल्कुल। ते बार बार बस यही अरदास होंदी है, हों पापी तू बख्शणहार। हे सच्चे पातशाह, असीं पापी हाँ, तू बख्शणहार है। ते इस मार्ग ते तू आप हिम्मत सानू उद्यम बख्श के असीं चल सके। ताकियां गल्लां, फिर उन्हां दी जो शर्म खंड विच जिन्हां दी घाड़त घड़ी गई, मारे कहंदे ताकियां गल्लां। इत्थे गल्लां कहना है शब्द, उचारण करन लग्गिआं ध्यान देना। ताकियां गल्लां, गल्लां मतलब बातां, उन्हां बारे विचारां करने आ। लिखिया नहीं है, अदक गुरबाणी विच किते नहीं लगी है, बिंदी किते किते जगह लगी है, भांडा शब्द नूं कई जगह लगी है बिंदी। लेकिन उचारण स्पष्ट करन लग्गिआं सानू क्लीयर होए तां उचारण कर लग्गिआं अदक और लल्ले दे कन्ने ते बिंदी लगानी पैगी उचारण करने। गल्लां नहीं ते गला शब्द दे कई अर्थ बन जांदे ने। एक गला जिवें गोलक नूं गला गला कहंदे हुंदे असीं, एक हुंदा गला गले दे विच, है ना। ते इस तरह के कई अर्थ बन जाणगे। लेकिन जदों गल्लां कवांगे फिर सानू क्लीयर हो जाएगा कि उन्हां दीयां गल्लां जिन्हां ने इस घाड़त, जिन्हां ने अपनी घाड़त घड़ लई है। जिवें गुरु नानक साहब पहली उदासी ते निकले ते पहला ही भाई लालो नूं कहंदे, भाई लालो की करदा है? भाई लालो कहंदा महाराज किले पिया घड़दा, किले मज्जा बन्नण वाला किला लक्कड़ दा, वो घड़न दा काम सी उन्हां दा। महाराज कहंदे किले ही घड़दा रहेगा या मन नूं भी घड़ेगा? वो गल इत्थे कि जिन्हां ने घड़ लिया ताकियां गल्लां कथियां ना जाए, बयान नहीं कीतियां जा सकदियां, उन्हां बारे बोलिया नहीं जा सकदा। ते सिर्फ होछे साडे अपने शब्द ने कि असीं बोल रहे हैं, हिम्मत कर रहे हैं इन्नी। ते महाराज बख्शे सानू। जे को कहे पिछे पछताए, जे कोई भुल के भी महाराज कहंदे बयान करन दा यतन करदा है, जे कोई उन्हां बारे कुछ बोलदा है, पिछे
ਪਛਤਾਏ, ਅਖੀਰ ਵਿੱਚ ਉਸ ਨੂੰ ਪਛਤਾਉਣਾ ਪਏਗਾ ਕਿ ਉਹਨਾਂ ਦੀ ਇੰਨੀ ਅਵਸਥਾ ਤੇ ਮੈਂ ਇੰਨਾ ਬੋਲਿਆ, ਸਿਰਫ ਮੈਂ ਤੇ ਬਹੁਤ ਥੋੜੀ ਉਹਨਾਂ ਦੀ ਤਾਰੀਫ ਕੀਤੀ ਹੈ, ਉਹ ਤੇ ਬਹੁਤ ਉੱਚੇ ਨੇ, ਉਹਨਾਂ ਦੀ ਕੋਈ ਬਰਾਬਰੀ ਨਹੀਂ ਕੀਤੀ ਜਾ ਸਕੀ। ਜੇ ਕੋ ਕਹੇ ਪਿੱਛੇ ਪਛਤਾਏ, ਉਸ ਨੂੰ ਪਛਤਾਉਣਾ ਪੈਂਦਾ ਹੈ। ਤੇ ਮਹਾਰਾਜ ਫਿਰ ਇਸ ਸ਼ਰਮਖੰਡ ਦੀ ਘਾੜਤ ਵਿੱਚ ਮਹਾਰਾਜ ਕਹਿੰਦੇ ਘੜਿਆ ਕੀ ਜਾਂਦਾ ਹੈ। ਬਾਹਰੋਂ ਮਿੱਟੀ ਦੇ ਨਾਲ ਘੜਾ ਬਣਾ ਲੈਂਦਾ, ਲੋਹੇ ਦੇ ਨਾਲ ਕਿੰਨੇ ਔਜ਼ਾਰ ਗੱਡੀਆਂ ਬਣਦੇ ਨੇ, ਬਾਹਰਲੀ ਬਣਤਰ ਹੋ ਗਈ, ਬਾਹਰੋਂ ਘੜਿਆ ਹੋਇਆ ਸਾਨੂੰ ਦਿਖਾਈ ਦੇ ਰਿਹਾ। ਬਾਹਰੋਂ ਘੜਨੀ ਚੀਜ਼ ਸੌਖੀ ਹੈ, ਲੇਕਿਨ ਜੋ ਅੰਦਰ ਚੀਜ਼ਾਂ ਨੇ ਉਹਨਾਂ ਨੂੰ ਘੜਨਾ ਬਹੁਤ ਔਖਾ ਹੈ, ਕਿਉਂਕਿ ਦੇਖੀ ਨਹੀਂ ਰਹੀ ਘੜਨਾ ਕਿਵੇਂ ਹੈ। ਤੇ ਮਹਾਰਾਜ ਕਹਿੰਦੇ ਘੜਿਆ ਕੀ ਜਾ ਰਿਹਾ, ਤਿੱਥੇ ਘੜੀ ਹੈ ਸੁਰਤ, ਮਤ, ਮਨ, ਬੁੱਧ। ਇਸ ਸ਼ਰਮਖੰਡ ਦੇ ਵਿੱਚ ਜਦੋਂ ਸਾਡੀ ਘਾੜਤ ਘੜੀ ਜਾਂਦੀ ਹੈ, ਉਹ ਬਾਹਰਲੀ ਘਾੜਤ ਤੇ ਆਪਣੇ ਆਪ ਬਣ ਜਾਂਦੀ ਹੈ ਜਦੋਂ ਫਿਰ ਅੰਦਰੋਂ ਪਹਿਲਾਂ ਘੜੇ ਜਾਵਾਂਗੇ। ਸੁਰਤ, ਸੁਰਤ ਕੌਣ? ਅੰਦਰਲੀ ਜਾਗ੍ਰਿਤੀ। ਮਤ ਸੂਝ। ਮਨ ਸੰਕਲਪ ਤੇ ਵਿਕਲਪ, ਵਿਚਾਰਾਂ ਦਾ ਇੱਕ ਸਮੂਹ, ਕਦੀ ਸੰਕਲਪ ਕਰਦਾ ਕਦੀ ਵਿਕਲਪ, ਇੱਕ ਵਾਰੀ ਵਿਚਾਰ ਕੀਤਾ ਅਗਲੇ ਪਲ ਢਾ ਦਿੱਤਾ, ਇਹਨਾਂ ਚੀਜ਼ਾਂ ਦਾ ਸਮੂਹ ਹੈ ਮਨ। ਫਿਰ ਹੈ ਬੁੱਧ, ਬੁੱਧੀ। ਤੇ ਮਹਾਰਾਜ ਬਾਣੀ ਵਿੱਚ ਫਰਮਾਉਂਦੇ ਅਚਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਔਖੀਆਂ ਚੜਾਈਆਂ ਨੂੰ ਚੜਨਾ ਪਏਗਾ। ਅਚਰ ਚਰੈ ਤਾਂ ਸਿੱਧ ਹੋਈ, ਤਾਂ ਕਾਮਯਾਬੀ ਮਿਲੇਗੀ। ਸ਼ਰਮਖੰਡ ਨਾਲ ਗੱਲ ਮੈਚ ਕਰ ਰਹੀ ਹੈ। ਮਹਾਰਾਜ ਕਹਿੰਦੇ ਔਖੀਆਂ ਚੜਾਈਆਂ ਚੜਨੀਆਂ ਪੈਣਗੀਆਂ ਤਾਂ ਕਾਮਯਾਬ ਹੋਏਗਾ, ਔਰ ਇਸ ਕਾਮਯਾਬੀ ਵਿੱਚੋਂ ਤੈਨੂੰ ਇੱਕ ਸੂਝ ਮਿਲੇਗੀ, ਸਮਝ ਮਿਲੇਗੀ। ਸਿੱਧੀ ਤੇ ਬੁੱਧ ਪਾਈ, ਉਹ ਦੁਬਿਧਾ ਖਤਮ ਹੋ ਜਾਏਗੀ, ਇੱਕ ਬੁੱਧ ਮਿਲ ਜਾਏਗੀ ਜੋ ਚੰਗੇ ਤੇ ਮਾੜੇ ਦੀ ਪਰਖ ਕਰ ਸਕਦੀ ਹੈ। ਤੇ ਮਹਾਰਾਜ ਨੇ ਬਾਣੀ ਵਿੱਚ ਬੜਾ ਸੋਹਣਾ ਫੁਰਮਾਨ ਕੀਤਾ ਕਿ ਸੁਰਤ ਮਹਾਰਾਜ ਨੇ ਹਰ ਇੱਕ ਨੂੰ ਦਿੱਤੀ ਹੈ। ਸੁਰਤ ਵਿਹੂਣਾ ਕੋਏ ਨਾ ਕੀ, ਉਸ ਅਕਾਲ ਪੁਰਖ ਵਾਹਿਗੁਰੂ ਨੇ ਸੁਰਤ ਸਭ ਨੂੰ ਦਿੱਤੀ ਹੈ। ਤੇ ਮਤ ਅਸੀਂ ਇੱਥੇ ਆ ਕੇ ਲੈਨੇ ਆ, ਸੁਰਤ ਦੇ ਕੇ ਸਾਰਿਆਂ ਨੂੰ ਭੇਜਦਾ ਹੈ। ਮਤ ਪਰਮਾਤਮਾ ਸਾਨੂੰ ਉਹ ਆਪਣੇ ਹੁਕਮ ਵਿੱਚ ਜੇ ਚੰਗੇ ਪਾਸੇ ਲਾ ਦੇ ਗੁਰੂ ਕੀ ਮਤ ਲੈ ਲੈਨੇ ਆ, ਜੇ ਭੈੜੇ ਪਾਸੇ ਲਾ ਦੇ ਬੰਦਾ ਕੁਮਤ ਲੈਂਦਾ। ਮਹਾਰਾਜ ਬਾਣੀ ਵਿੱਚ ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੇ ਕੀਨੀ। ਤੇ ਮਹਾਰਾਜ ਇੱਕ ਜਗ੍ਹਾ ਹੋਰ ਫੁਰਮਾਨ ਕਰਦੇ ਨੇ ਸਤਗੁਰ ਕੀ ਮਤ ਲੈ, ਗੁਰ ਕੀ ਮਤ ਤੂੰ ਲੈ ਆਨੇ, ਸੌਰੀ ਗੁਰ ਕੀ ਮਤ ਤੂੰ ਲੈ ਆਨੇ, ਭਗਤ ਬਿਨਾ ਬੋ ਡੂਬੇ ਸਿਆਣੇ। ਗੁਰੂ ਦੀ ਮਤ ਲੈਣੀ ਹੈ, ਭੈੜੀ ਮਤ ਨਹੀਂ। ਆਪਣੀਆਂ ਸਿਆਣਪਾਂ ਨਾਲ ਤਾਂ ਬੜੇ ਡੁੱਬ ਗਏ ਨੇ, ਕੋਈ ਪਾਰ ਨਹੀਂ ਹੋਇਆ ਆਪਣੀ ਸਿਆਣਪ ਨਾਲ। ਤੇ ਮਹਾਰਾਜ ਕਹਿੰਦੇ ਗੁਰੂ ਦੀ ਮਤ ਲੈ, ਗੁਰੂ ਦੀ ਮਤ ਲੈ ਕੇ ਤੈਨੂੰ ਵਿਵੇਕ ਬੁੱਧ ਮਿਲੇਗੀ। ਮਹਾਰਾਜ ਇੱਕ ਜਗ੍ਹਾ ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਵਿਵੇਕ ਬਿਬ ਪਲੱਸ 1, 2 ਤੋਂ 1 ਕਰਨ ਵਾਲੀ ਉਹ ਚੰਗੀ ਬੁੱਧ, ਚੰਗੀ ਬੁੱਧੀ ਮਹਾਰਾਜ ਸਾਨੂੰ ਦੇ ਦਿਓ। ਤੇ ਉਹ ਸੁਰਤ ਮਤ ਔਰ ਬੁੱਧੀ ਜਦੋਂ ਸਹੀ ਹੋ ਗਈਆਂ ਤੇ ਮਨ ਵਿੱਚ ਜੋ ਸੰਕਲਪ ਵਿਚਾਰ ਉੱਠਣਗੇ ਉਹ ਫਿਰ ਚੰਗੇ ਉੱਠਣਗੇ, ਭੈੜੀਆਂ ਵਿਚਾਰਾਂ ਖਤਮ ਹੋ ਜਾਣਗੀਆਂ, ਉਤਸ਼ਾਹ ਵਾਲੇ ਵਿਚਾਰ ਉੱਠਣਗੇ, ਚੰਗੇ ਕਰਮ ਕਰਨ ਵਾਲੇ ਪਰਉਪਕਾਰ ਵਾਲੀ ਅਵਸਥਾ ਬਣ ਜਾਏਗੀ। ਤੇ ਤਿੱਥੇ ਘੜੀਐ ਸੁਰਾਂ ਸਿੱਧਾਂ ਕੀ ਸੁਧ। ਸੁਧ ਦਾ ਅਰਥ ਵੀ ਅਕਲ ਹੈ। ਮਹਾਰਾਜ ਕਹਿੰਦੇ ਫਿਰ ਇਸ ਅਵਸਥਾ ਦੇ ਵਿੱਚ, ਸ਼ਰਮਖੰਡ ਦੇ ਵਿੱਚ, ਮਿਹਨਤ ਵਾਲੇ ਉਦਮ ਵਾਲੇ ਇਸ ਖੰਡ ਦੇ ਵਿੱਚ ਕੀ ਘੜਿਆ ਜਾ ਰਿਹਾ ਹੈ? ਸੁਰਤ ਮਤ ਮਨ ਬੁੱਧ ਘੜੀ ਜਾ ਰਹੀ ਹੈ। ਤੇ ਇੱਥੇ ਤੇਰੀ ਜਿਹੜੀ ਅਕਲ ਹੈ ਉਹ ਘੜਨ ਤੋਂ ਬਾਅਦ ਕਿਸ ਤਰ੍ਹਾਂ ਦੀ ਹੋ ਗਈ? ਸੁਰਾਂ, ਦੇਵਤਿਆਂ ਵਾਲੀ। ਇਹ ਨਹੀਂ ਕਿ ਦੇਵਤੇ ਜੋ ਅਸੀਂ ਆਮ ਸਾਡੇ ਜੀਵਨ ਵਿੱਚ ਅਸੀਂ ਦੇਖਦੇ ਹਾਂ, ਫੋਟੋਜ਼ ਦੇਖਦੇ ਹਾਂ ਜਾਂ ਮੰਦਰਾਂ ਵਿੱਚ ਮੂਰਤੀਆਂ ਦੇਖਦੇ ਹਾਂ। ਮੈਂ ਕਿਹਾ ਉੱਤਮ ਜੀਵਨ ਵਾਲੇ, ਜਿਨ੍ਹਾਂ ਦਾ ਜੀਵਨ ਉੱਚਾ ਹੈ, ਜਿਨ੍ਹਾਂ ਦੀਆਂ ਜੇ ਕੋ ਕਹੇ ਪਿੱਛੇ ਪਛਤਾਏ ਵਾਲੀ ਗੱਲ ਕਰ ਰਹੇ ਹਾਂ, ਜਿਨ੍ਹਾਂ ਨੇ ਜੀਵਨ ਵਿੱਚ ਕਮਾਇਆ ਹੈ, ਮੰਨੇ ਵਾਲੀ ਅਵਸਥਾ, ਜਿਨ੍ਹਾਂ ਨੇ ਮੰਨ ਲਿਆ, ਉਹਨਾਂ ਵਰਗੀ ਸੁਰਤ ਹੋ ਜਾਂਦੀ ਹੈ। ਸੁਰਾਂ ਸਿੱਧਾਂ ਕੀ ਸੁਧ।
सिद्धां दा मतलब जिन्हां ने अपने जीवन नूं साधिया और कुछ कामयाबी हासिल की, जिन्हां ने अपने जीवन विच कुछ अचीव किया है, परमात्मा दे जिन्हां नूं दीदारे होए ते फिर वो कुछ बोलण जोगे नहीं रहिंदे, उन्हां दी आवाज़ उन्हां दा बोलना घट जांदा है। ते महाराज कहंदे गूंगे गुड़ खाया पूछे ते क्या कहिए, जदों उन्हां नूं पुछया जाए फिर वो कहंदे ने परमात्मा बेअंत है, उस बारे कुछ बोलिया नहीं जा सकदा। ये शर्म खंड दी असी अवस्था नूं अज जिन्नी को महाराज ने मत बुद्ध बख्शी उस अनुसार बयान करन दा यतन कीता है। बाकी बाणी दे अर्थ पूरे उस तरीके नाल टू दी पॉइंट नहीं हो सकते, क्योंकि बहुत उच्ची अवस्था विच बाणी दा उच्चारण होया है और इस अवस्था विच पहुंचिया ही उस बाणी नूं समझिया जा सकता है। ते अखरी अर्थ असीं जिन्ने को हुंदे ने सौखिया तरीके नाल समझाउण दा यतन करीदा है। सो आओ इस तो बाद जिवें कि आप सब जानते हो, आप दे जी कोल सिलेबस पहुंच चुका सी पिछले हफ्ते का, ते अज वाहिगुरू जुगो जुग अटारे साहिब श्री गुरु ग्रंथ साहिब जी की पावन हजूरी का आनंद माण रहे गुरु प्यारे वड भागी हाँ जो गुरमत क्लास विच जुड़ बैठे हैं। हर शनिवार की तरह जपजी साहिब की व्याख्या चल रही है, जिस विच शुद्ध उच्चारण विश्राम ते अर्थां दे नाल जानकारी असी प्राप्त कर रहे हाँ। 35 पौड़ियां तक जपजी साहिब की व्याख्या हो चुकी है। पिछलियां पौड़ियां विच जपजी साहिब दे जो अखीरलियां पौड़ियां दे विच खंडां दा गुरु महाराज ने जिक्र किया है, उन्हां दी व्याख्या चल रही है। मैं एक बार फिर पूछना चाहांगी कि रोजाना असी जपजी साहिब की बाणी का पाठ करते हैं, टोटल किन्ने खंड हैं?